प्यारी साध संगत जी सारे करो रसना पवित्र अकाल पुरख वाहिगुरू के चरणों च करो ध्यान गज के आखो जी वाहिगुरू जी का खालसा वाहिगुरू जी की फतेह। साध संगत जी अज असी अपने सत्कारयोग प्यारे फुफड़ जी सरदार जगीर सिंह बैंस जी के अंतिम संस्कार तो बाद अखंड पाठ साहिब जी के भोग उपरंत उन्होंने अंतिम अरदास ਵਿੱਚ शामिल होने के लिए गुरु साहिब जी के दरबार ਦੇ ਵਿੱਚ ਸ਼ਮੂਲੀਅਤ कर रहे हैं। We have gathered here to pay respect and bid farewell to departed soul of our respected beloved Fufud ji. This is a very sad moment, but it's also a time of reflection. It's also an opportunity to talk about, to remember his contributions, his services, his exemplary life, so we can get inspired to follow his good footsteps. ਪਰਿਵਾਰ ਵੱਲੋਂ ਸਾਡੇ ਸਤਿਕਾਰਯੋਗ ਭੂਆ ਜੀ ਲਖਵਿੰਦਰ ਕੌਰ ਅਤੇ ਉਹਨਾਂ ਦੇ ਬੱਚਿਆਂ ਵੱਲੋਂ ਹੁਕਮ ਹੋਇਆ ਹੈ ਕਿ ਇਸ ਮੌਕੇ ਦੇ ਉੱਤੇ ਫੁੱਫੜ ਜੀ ਦੀ ਪਿਆਰੀ ਨਿੱਘੀ ਯਾਦ ਦੇ ਵਿੱਚ ਕੁਝ ਸ਼ਬਦ, ਕੁਝ ਸ਼ਰਧਾ ਦੇ ਫੁੱਲ ਅਰਪਣ ਕੀਤੇ ਜਾਣ। ਸੋ ਮੈਂ ਸ਼ਾਰਟ ਨੋਟਿਸ ਦੇ ਵਿੱਚ ਇਹ ਜੋ ਜ਼ਿੰਮੇਵਾਰੀ ਮਿਲੀ ਹੈ ਮੈਂ ਯਤਨ ਕਰਾਂਗਾ ਉਸ ਮਹਾਨ ਆਤਮਾ ਬਾਰੇ ਕੁਝ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂ। 24 ਮਈ 2023 ਨੂੰ ਫੁੱਫੜ ਜੀ ਇਸ ਸੰਸਾਰਕ ਯਾਤਰਾ ਨੂੰ ਸੰਪੂਰਨ ਕਰਕੇ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਪਰ ਉਹ ਉਹਨਾਂ ਸਭ ਦਿਲਾਂ ਦੇ ਵਿੱਚ ਹਮੇਸ਼ਾ ਯਾਦ ਰਹਿਣਗੇ ਜਿਨ੍ਹਾਂ ਨੂੰ ਉਹਨਾਂ ਦੀ ਜੋ ਲਵਿੰਗ ਐਂਡ ਕੇਅਰਿੰਗ ਸ਼ਖਸੀਅਤ ਨੇ ਛੂਹਿਆ। ਕਿਸੇ ਵੀ ਰਿਸ਼ਤੇ ਜਾਂ ਸੰਬੰਧ ਦੇ ਰੂਪ ਦੇ ਵਿੱਚ, ਚਾਹੇ ਉਹ ਇੱਕ ਪਤੀ ਦੇ ਰੂਪ ਵਿੱਚ ਜਾਂ ਬਾਪ ਦੇ ਰੂਪ ਵਿੱਚ ਜਾਂ ਕਿਸੇ ਰਿਸ਼ਤੇਦਾਰ ਦੇ ਰੂਪ ਵਿੱਚ ਜਾਂ ਦੋਸਤ ਸੰਬੰਧੀ ਜਾਂ ਕਮਿਊਨਿਟੀ ਮੈਂਬਰ ਦੇ ਰੂਪ ਦੇ ਵਿੱਚ, ਉਹਨਾਂ ਨੇ ਸਾਰਿਆਂ ਦੇ ਦਿਲਾਂ ਦੇ ਉੱਤੇ ਇੱਕ ਅਮਿੱਟ ਛਾਪ ਛੱਡੀ। ਮੇਰਾ ਫੁੱਫੜ ਜੀ ਦੇ ਨਾਲ ਸੰਬੰਧ ਮੇਰੀ ਸਿੰਘਣੀ ਕਮਲਜੀਤ ਕੌਰ ਰਾਹੀਂ ਬਣਿਆ, ਜਿਸ ਦੇ ਲਈ ਮੈਂ ਆਪਣੇ ਆਪ ਨੂੰ ਬਲੈਸਡ ਤੇ ਲੱਕੀ ਸਮਝਦਾ ਹਾਂ। ਮੈਨੂੰ ਇੱਕ ਅਫਸੋਸ ਵੀ ਹੈ ਕਿ ਫੁੱਫੜ ਜੀ ਦੇ ਆਖਰੀ ਦਿਨਾਂ ਦੇ ਵਿੱਚ ਜਿਉਂਦਿਆਂ ਜੀ ਮੈਂ ਵਾਈਫ ਦੀ ਸਰਜਰੀ ਹੋਣ ਕਰਕੇ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਮਿਲਣ ਦੇ ਲਈ ਨਹੀਂ ਪਹੁੰਚ ਸਕਿਆ। ਕਾਸ਼ ਕਿ ਉਹਨਾਂ ਦੇ ਕੋਲ ਥੋੜ੍ਹਾ ਹੋਰ ਸਮਾਂ ਹੁੰਦਾ, ਪਰ ਵਾਹਿਗੁਰੂ ਦਾ ਭਾਣਾ ਸੀ। ਪਰ ਉਹਨਾਂ ਦੇ ਨਾਲ ਬਿਤਾਏ ਹੋਏ ਜੋ ਕੁਝ ਛੋਟੇ ਪਲ, ਕੁਝ ਯਾਦਾਂ ਹਨ, ਉਹਨਾਂ ਦੀਆਂ ਜੋ ਕਦਰਾਂ ਕੀਮਤਾਂ ਹਨ, ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਾਂਗੇ, ਕਿਉਂਕਿ ਹਮੇਸ਼ਾ ਹੀ ਹਰ ਵਾਰ ਉਹਨਾਂ ਤੋਂ ਕੁਝ ਕੀਮਤੀ ਸਿੱਖਿਆ ਜਦੋਂ ਵੀ ਉਹਨਾਂ ਨੂੰ ਮਿਲੇ ਉਹਨਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ। ਉਹਨਾਂ ਦੀ ਜੋ ਜੀਵਨ ਦੀ ਆਰੰਭਤਾ ਪੰਜਾਬ ਦੇ ਪਿੰਡ ਪੱਜੋਦਿੱਤਾ ਦੇ ਵਿੱਚ ਜਨਮ ਦੇ ਨਾਲ ਹੋਈ ਅਤੇ ਕੁਈਨਸ ਨਿਊਯਾਰਕ ਦੇ ਵਿੱਚ ਉਹ ਸਤਿਕਾਰਯੋਗ ਕਮਿਊਨਿਟੀ ਆਗੂ ਅਤੇ ਪੰਜਾਬੀ ਕਮਿਊਨਿਟੀ ਦੇ ਥੰਮ ਵਜੋਂ ਸਥਾਪਿਤ ਹੋਏ। ਉਹਨਾਂ ਦੀ ਜੋ ਜੀਵਨ ਕਹਾਣੀ ਹੈ ਉਹ ਇੱਕ ਸਖਤ ਮਿਹਨਤ, ਇਮਾਨਦਾਰੀ, ਪਰਿਵਾਰਕ ਜ਼ਿੰਮੇਵਾਰੀ, ਸਮਾਜ ਸੇਵਾ ਦੀਆਂ ਕਦਰਾਂ ਕੀਮਤਾਂ ਨੂੰ ਅਮਲੀ ਰੂਪ ਵਿੱਚ ਮੂਰਤੀਮਾਨ ਕਰਨ ਦੀ ਇੱਕ ਅਨੋਖੀ ਮਿਸਾਲ ਹੈ। ਉਹਨਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ, ਭਾਈਚਾਰਕ ਸੇਵਾਵਾਂ ਅਤੇ ਪੰਥਕ ਯੋਗਦਾਨ ਨਾਲ ਆਪਣੇ ਪਰਿਵਾਰ, ਦੋਸਤਾਂ ਅਤੇ ਸਮਾਜ ਦੇ ਵਿੱਚ ਬੇਹੱਦ ਪਿਆਰ ਅਤੇ ਸਤਿਕਾਰ ਹਾਸਲ ਕੀਤਾ। ਤਕਰੀਬਨ 20 ਸਾਲ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਵੱਖ-ਵੱਖ ਸੇਵਾਵਾਂ ਕੀਤੀਆਂ, ਇਨਕਲੂਡਿੰਗ ਆਟੋਮੋਟਿਵ ਇੰਜੀਨੀਅਰਿੰਗ ਫੀਲਡ ਦੇ ਵਿੱਚ। ਉਸ ਤੋਂ ਬਾਅਦ 10-12 ਸਾਲ ਉਹਨਾਂ ਨੇ ਜਾਂਬੀਅਨ ਫੌਜ ਦੇ ਵਿੱਚ ਵੀ, ਜੋ ਉੱਥੋਂ ਦੀ ਫੌਜ ਦੇ ਸੋਲਜਰ ਸਨ, ਉਹਨਾਂ ਨੂੰ ਟ੍ਰੇਨਿੰਗ ਦੇਣ ਦੀਆਂ ਸੇਵਾਵਾਂ ਨਿਭਾਈਆਂ। ਅਤੇ ਉਸ ਤੋਂ ਬਾਅਦ ਉਹ USA ਮਾਈਗ੍ਰੇਟ ਹੋਏ, ਜਿੱਥੇ ਉਹਨਾਂ ਨੇ ਵੱਖ-ਵੱਖ ਸੇਵਾਵਾਂ ਨਿਭਾਉਣ ਤੋਂ ਬਾਅਦ US ਪੋਸਟਲ ਡਿਪਾਰਟਮੈਂਟ ਦੇ ਵਿੱਚ ਤਕਰੀਬਨ 38 ਸਾਲ ਸੇਵਾਵਾਂ ਨਿਭਾਈਆਂ ਅਤੇ ਬਤੌਰ ਸੁਪਰਵਾਈਜ਼ਰ ਅਤੇ ਚੀਫ ਫਾਈਨੈਂਸ਼ੀਅਲ ਆਫਿਸਰ ਦੀਆਂ ਸੇਵਾਵਾਂ ਨਿਭਾ ਕੇ 85 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਰਿਟਾਇਰਮੈਂਟ ਲਈ। ਉਹ ਵੀ ਉਦੋਂ ਜਦੋਂ ਉਹਨਾਂ ਦੇ ਸਨ ਇਨ ਲਾ ਦੀ ਅਚਾਨਕ ਮੌਤ ਹੋਈ ਅਤੇ ਉਹਨਾਂ ਨੇ ਕੈਲੀਫੋਰਨੀਆ ਵਿੱਚ ਆਪਣੀ ਬੇਟੀ ਦੀ ਮਦਦ ਦੇ ਲਈ ਇਸ ਪਰਿਵਾਰਕ ਲੋੜ ਦੇ ਮੌਕੇ ਉਹਨਾਂ ਨੇ ਕੰਮ ਕਰਨਾ ਛੱਡਿਆ। ਸਰਦਾਰ ਜਗੀਰ ਸਿੰਘ ਬੈਂਸ ਉਹਨਾਂ ਨੇ ਆਪਣੇ ਗੁਣਾਂ ਅਤੇ ਆਪਣੀਆਂ ਸੇਵਾਵਾਂ ਦੇ ਨਾਲ, ਆਪਣੀ ਸ਼ਖਸੀਅਤ ਦੇ ਨਾਲ ਸਾਡੀ ਅਤੇ ਹੋਰ ਅਨੇਕਾਂ ਹੀ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ।
ਉਹ ਬੇहद ਇਮਾਨਦਾਰ ਇਨਸਾਨ ਸਨ, ਜਿਨ੍ਹਾਂ ਨੇ ਕਦੇ ਵੀ ਆਪਣੀਆਂ ਜੋ ਵੈਲਿਊਜ਼ ਸਨ ਉਹਨਾਂ ਦੇ ਨਾਲ ਸਮਝੌਤਾ ਨਹੀਂ ਕੀਤਾ। ਉਹ ਦੱਸਦੇ ਸਨ ਕਿ ਉਹਨਾਂ ਦੇ ਫਾਦਰ ਸਾਹਿਬ ਨੇ ਬਚਪਨ 'ਚ ਹੀ ਉਹਨਾਂ ਦੇ ਵਿੱਚ ਐਜੂਕੇਸ਼ਨ ਦੀ ਵੈਲਿਊ ਐਂਡ ਇੰਪੋਰਟੈਂਸ ਨੂੰ ਇੰਸਟਿਲ ਕਰ ਦਿੱਤਾ ਸੀ, ਜਿਸ ਨੂੰ ਉਹਨਾਂ ਨੇ ਅੱਗੇ ਆਪਣੇ ਬੱਚਿਆਂ ਅਤੇ ਪੋਤੇ ਪੋਤੀਆਂ ਦੇ ਵਿੱਚ ਵੀ ਪੈਦਾ ਕੀਤਾ। ਉਹ ਹਮੇਸ਼ਾ ਹੀ ਬਿਹਤਰ ਮੌਕਿਆਂ ਦੀ ਭਾਲ ਦੇ ਵਿੱਚ ਰਹਿੰਦੇ ਸਨ, ਜਿਸ ਦੇ ਲਈ ਉਹ ਦੁਨੀਆ ਦੇ ਵਿੱਚ ਥਾਂ-ਥਾਂ ਗਏ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਮਿਲ ਸਕੇ ਅਤੇ ਉਹਨਾਂ ਦਾ ਉਜਲਾ ਬੈਟਰ ਫਿਊਚਰ ਬਣ ਸਕੇ। ਉਹਨਾਂ ਦੀ ਘਾਲਣਾ ਸਦਕਾ ਉਹਨਾਂ ਦੇ ਸਾਰੇ ਹੀ ਬੱਚੇ ਵੈਲ ਐਜੂਕੇਟਡ ਹਨ, ਹਾਈਲੀ ਕੁਆਲੀਫਾਈਡ ਹਨ ਅਤੇ ਵੈਲ ਸੈਟਲਡ ਹਨ। ਇਸ ਤੋਂ ਇਲਾਵਾ 9/11 ਤੋਂ ਬਾਅਦ ਜੋ ਸਿੱਖ ਪਛਾਣ ਬਾਰੇ ਭੰਬਲ ਭੂਸੇ ਕਾਰਨ ਸਿੱਖਾਂ ਦੇ ਵਿਰੁੱਧ ਜੋ ਨਸਲੀ ਵਿਤਕਰਾ ਤੇ ਹਿੰਸਾ ਭੜਕੀ ਅਮਰੀਕਾ ਦੇ ਵਿੱਚ, ਉਸ ਦਾ ਉਹਨਾਂ ਨੇ ਡਟ ਕੇ ਸਾਹਮਣਾ ਕਰਦੇ ਹੋਏ ਸਿੱਖ ਅਵੇਅਰਨੈਸ ਪ੍ਰੋਜੈਕਟ ਦੀ ਸ਼ੁਰੂਆਤ ਅਤੇ ਅਗਵਾਈ ਕੀਤੀ, ਜਿਸ ਵਿੱਚ ਉਹਨਾਂ ਨੇ ਸਿੱਖਾਂ ਅਤੇ ਸਿੱਖ ਸੱਭਿਆਚਾਰ ਬਾਰੇ ਅਵੇਅਰਨੈਸ ਪੈਦਾ ਕਰਨ ਦੇ ਲਈ ਨਿਊਯਾਰਕ ਦੀਆਂ ਸਾਰੀਆਂ ਲਾਇਬ੍ਰੇਰੀਜ਼ ਦੇ ਵਿੱਚ ਬੇਮਿਸਾਲ ਸਿੱਖ ਲਿਟਰੇਚਰ ਡੋਨੇਟ ਕੀਤਾ। ਮੈਨੂੰ ਯਾਦ ਹੈ ਕਿ ਜਦੋਂ ਵੀ ਉਹ ਟੋਰਾਂਟੋ ਆਉਂਦੇ ਸਨ, ਉਹ ਉੱਥੋਂ ਦੇ ਜੋ ਸਿੱਖ ਸਟੋਰ ਸਨ ਉਹਨਾਂ ਦੇ ਵਿੱਚ ਜਾਂਦੇ ਸਨ ਅਤੇ ਬਲਕ ਦੇ ਵਿੱਚ ਕਿਤਾਬਾਂ ਬਾਏ ਕਰਦੇ ਸਨ। ਕਈ ਵਾਰ ਉਹ ਆਰਡਰ ਕਰ ਜਾਂਦੇ ਸਨ ਸ਼ਿਪ ਕਰਨ ਦੇ ਲਈ। ਉਹ ਕਹਿਣੀ ਅਤੇ ਕਰਨੀ ਦੇ ਵਿੱਚ ਨਿਰੰਤਰ ਸੱਚਾਈ ਅਤੇ ਸੁਹਿਰਦਤਾ ਰੱਖਦੇ ਸਨ, ਜਿਸ ਕਰਕੇ ਉਹਨਾਂ ਦੇ ਆਲੇ ਦੁਆਲੇ ਲੋਕਾਂ ਨੂੰ ਉਹਨਾਂ ਨੇ ਪ੍ਰੇਰਿਤ ਅਤੇ ਪ੍ਰਭਾਵਿਤ ਕੀਤਾ। USA ਦੇ ਵਿੱਚ ਜੋ ਯੂਨਾਈਟਿਡ ਸਟੇਟਸ ਪੋਸਟਲ ਸਰਵਿਸ ਡਿਪਾਰਟਮੈਂਟ ਹੈ, ਉਸ ਦੇ ਵਿੱਚ ਉਹਨਾਂ ਨੂੰ MVP ਅਵਾਰਡ ਮਿਲਿਆ, ਵਾਈਸ ਪ੍ਰੈਜ਼ੀਡੈਂਟ ਅਵਾਰਡ ਮਿਲਿਆ, ਪ੍ਰੈਜ਼ੀਡੈਂਟ ਅਵਾਰਡ ਮਿਲਿਆ। ਇਸ ਦੇ ਨਾਲ ਹੋਰ ਬਹੁਤ ਸਾਰੇ ਪ੍ਰੈਸਟੀਜੀਅਸ ਆਨਰਸ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਸ਼ਾਨਦਾਰ ਕੰਮਾਂ ਕਰਕੇ ਮਾਨਤਾ ਅਤੇ ਸਨਮਾਨ ਮਿਲਿਆ। ਇਸ ਤੋਂ ਇਲਾਵਾ ਇਸ ਗੁਰਦੁਆਰਾ ਸਾਹਿਬ ਜੋ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿਲ ਦੇ ਪ੍ਰਬੰਧ ਦੇ ਵਿੱਚ ਵੀ ਉਹਨਾਂ ਨੇ ਬਹੁਤ ਸੇਵਾਵਾਂ ਨਿਭਾਈਆਂ। ਰਿਚਮੰਡ ਹਿਲ ਜੋ ਕਮਿਊਨਿਟੀ ਐਸੋਸੀਏਸ਼ਨ ਉਹਦੇ ਐਗਜ਼ੈਕਟਿਵ ਮੈਂਬਰ ਵੀ ਰਹੇ। ਰਿਕਾਰਡਿੰਗ ਸੈਕਟਰੀ ਆਫ ਕਮਿਊਨਿਟੀ ਕਾਉਂਸਲ ਆਫ ਨਿਊਯਾਰਕ ਵਜੋਂ ਵੀ ਸੇਵਾਵਾਂ ਅਦਾ ਕੀਤੀਆਂ। ਪੰਥਕ ਸੇਵਾਵਾਂ ਦੇ ਵਿੱਚ ਉਹਨਾਂ ਨੇ 1984 ਦੇ ਘੱਲੂਘਾਰੇ ਤੋਂ ਬਾਅਦ ਜਦੋਂ ਸਿੱਖ ਕੌਮ ਆਪਣੀ ਆਜ਼ਾਦੀ ਹੱਕ ਸੱਚ ਦੇ ਲਈ ਸੰਘਰਸ਼ੀਲ ਹੋਈ ਤਾਂ ਨਾਰਥ ਅਮਰੀਕਾ ਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਵਿੱਚ ਉਹਨਾਂ ਨੇ ਸਰਗਰਮ ਭੂਮਿਕਾ ਨਿਭਾਈ 80ਵੇਂ ਅਤੇ 90ਵੇਂ ਦੇ ਦਹਾਕਿਆਂ ਦੇ ਵਿੱਚ। ਜਦੋਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਫੌਜੀ ਹਮਲਾ ਹੋਇਆ ਅਤੇ ਉਸ ਹਮਲੇ ਦਾ ਇਨਸਾਫ ਕਰਨ ਵਾਲੇ ਸਾਡੇ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ, ਜਿਨ੍ਹਾਂ ਨੇ ਉਸ ਵੇਲੇ ਦੀ ਰਿਸਪੌਂਸੀਬਲ ਪ੍ਰਾਈਮ ਮਿਨਿਸਟਰ ਨੂੰ ਸੋਧਿਆ, ਉਹਨਾਂ ਦੀ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ ਜਦੋਂ ਅਮਰੀਕਾ ਦੇ ਟ੍ਰਿਪ ਤੇ ਆਏ ਤਾਂ ਉਦੋਂ ਫੁੱਫੜ ਜੀ ਉਹਨਾਂ ਨੇ ਸੰਗਤਾਂ ਦੇ ਰੂਬਰੂ ਕਰਨ ਦੇ ਲਈ ਉਹਨਾਂ ਨੂੰ ਅਮਰੀਕਾ ਵਾਈਡ ਗੁਰਦੁਆਰਿਆਂ ਦੇ ਵਿੱਚ ਘੁਮਾਇਆ। ਇਸ ਤਰ੍ਹਾਂ ਉਹਨਾਂ ਨੇ ਪੰਥਕ ਸਭਾਵਾਂ ਦੇ ਵਿੱਚ ਵੀ ਬੇਸ਼ੁਮਾਰ ਪੰਥਕ ਸਭਾਵਾਂ ਮੋਹਰੇ ਹੋ ਕੇ ਕੀਤੀਆਂ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਸਿੱਖ ਕੌਂਸਲ ਔਨ ਰਿਲੀਜਨ ਐਂਡ ਐਜੂਕੇਸ਼ਨ ਦੁਆਰਾ ਅਮਰੀਕਾ ਦੇ 50 ਪ੍ਰੋਮੀਨੈਂਟ ਸਿੱਖਾਂ ਵਿੱਚ ਵੀ ਚੁਣਿਆ ਗਿਆ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। 2004 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦੌਰਾਨ ਜੋ ਇੰਟਰਫੇਥ ਅਫੇਅਰਸ ਦੇ ਉੱਤੇ ਗੱਲਬਾਤ ਕਰਨ ਵਾਸਤੇ ਪੋਪ ਜੌਨ ਪੌਲ II ਦੇ ਨਾਲ ਮੁਲਾਕਾਤ ਕਰਨ ਵਾਲਾ ਜੋ ਅਮਰੀਕਨ ਡੈਲੀਗੇਸ਼ਨ ਸੀ, ਉਸ ਦੇ ਵਿੱਚ ਵੀ ਉਹਨਾਂ ਨੇ ਨੁਮਾਇੰਦਗੀ ਕੀਤੀ। ਇਸ ਤਰ੍ਹਾਂ ਉਹ ਵੱਖ-ਵੱਖ ਲੋਕਲ ਪੋਲੀਟੀਕਲ ਐਕਟੀਵਿਟੀਜ਼ ਦੇ ਵਿੱਚ ਵੀ ਸਰਗਰਮ ਰਹੇ, ਜਿਵੇਂ ਕਿ ਮੇਅਰ ਬਲੂਮਬਰਗ, ਸੈਨੇਟਰ ਸਕੰਬਰ ਅਤੇ ਕਲਿੰਟਨ ਨਾਲ ਵੀ ਸਿੱਖ ਰਾਈਟਸ ਦੇ ਉੱਤੇ ਬਹੁਤ ਵਾਰ ਕੰਮ ਕੀਤਾ। ਸੋ ਇਸ ਤਰ੍ਹਾਂ ਫੁੱਫੜ ਜੀ ਨੇ ਜਿੱਥੇ ਆਪਣੇ ਪਰਿਵਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਦੇ ਨਾਲ ਨਿਭਾਇਆ, ਉੱਥੇ ਉਹਨਾਂ ਨੇ ਭਾਈਚਾਰਕ ਸੇਵਾ ਅਤੇ ਮਨੁੱਖਤਾ ਦੀ ਭਲਾਈ ਦੇ ਲਈ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ। ਉਹ ਇੱਕ ਲਵਿੰਗ ਐਂਡ ਕੇਅਰਿੰਗ ਪੇਰੈਂਟ ਐਂਡ ਰਿਲੇਟਿਵ ਵਜੋਂ ਆਪਣੇ ਬੱਚਿਆਂ ਤੋਂ ਇਲਾਵਾ, ਆਪਣੇ ਪਰਿਵਾਰ ਤੋਂ ਇਲਾਵਾ ਆਪਣੀ ਐਕਸਟੈਂਡਡ ਫੈਮਿਲੀ ਰਿਸ਼ਤੇਦਾਰਾਂ ਦੇ ਨਾਲ ਵੀ ਹਰ ਔਖੇ ਸੌਖੇ ਸਮੇਂ ਖੜਦੇ ਰਹੇ, ਜਿਸ ਕਰਕੇ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਤੇ ਉਹਨਾਂ ਦੀ ਯਾਦ ਦਾ ਅਸਲੀ ਸਤਿਕਾਰ
ਉਦੋਂ ਹੈ ਜਦੋਂ ਅਸੀਂ ਉਹਨਾਂ ਦੀਆਂ ਜੋ ਕਦਰਾਂ ਕੀਮਤਾਂ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰੀਏ ਅਤੇ ਉਹਨਾਂ ਦੀ ਮਿਸਾਲ ਤੋਂ ਇੰਸਪਾਇਰ ਹੋ ਕੇ ਦੂਜਿਆਂ ਦੇ ਜੀਵਨ ਦੇ ਵਿੱਚ ਕੰਸਟਰਕਟਿਵ ਚੇਂਜ ਲਿਆਉਣ ਦੀ ਕੋਸ਼ਿਸ਼ ਕਰੀਏ ਜਿਸ ਤਰ੍ਹਾਂ ਉਹਨਾਂ ਨੇ ਕੋਸ਼ਿਸ਼ ਕੀਤੀ। ਇਸ ਮੌਕੇ ਇਸ ਦੁੱਖ ਦੀ ਘੜੀ ਦੇ ਵਿੱਚ ਇਹ ਵੀ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਸਾਨੂੰ ਕਿਵੇਂ ਰੋਸ਼ਨੀ ਦਿੰਦੀ ਹੈ, ਗੁਰਬਾਣੀ ਸਾਡਾ ਮਾਰਗਦਰਸ਼ਨ ਕਿਵੇਂ ਕਰਦੀ ਹੈ, ਕਿਉਂਕਿ ਸਾਡਾ ਇੱਕੋ ਇੱਕ ਸਹਾਰਾ ਗੁਰੂ ਹੈ। ਗੁਰਬਾਣੀ ਅਨੁਸਾਰ ਜੋ ਇਹ ਮਨੁੱਖਾ ਜੀਵਨ ਹੈ ਇਹ ਇੱਕ ਅਸਥਾਈ ਯਾਤਰਾ ਹੈ ਅਤੇ ਮੌਤ ਇਸ ਦਾ ਇੱਕ ਕੁਦਰਤੀ ਹਿੱਸਾ ਹੈ। ਗੁਰਬਾਣੀ 'ਚ ਗੁਰੂ ਸਾਹਿਬ ਕਹਿੰਦੇ ਹਨ, ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਜਿਸ ਤਰ੍ਹਾਂ ਹਰ ਇਸਤਰੀ ਨੇ ਵਿਆਹ ਤੋਂ ਬਾਅਦ ਆਪਣੇ ਪਤੀ ਕੋਲ ਜਾਣਾ ਹੈ, ਇਸੇ ਤਰ੍ਹਾਂ ਹਰ ਜੀਵ ਆਤਮਾ ਨੇ ਆਪਣੇ ਸੋਮੇ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ ਹੈ ਅਤੇ ਇਹ ਜੋ ਸਰੀਰਕ ਮੌਤ ਦੀ ਅਟਲਤਾ ਹੈ ਇਸ ਨੂੰ ਸਵੀਕਾਰ ਕਰਕੇ ਜੋ ਸੱਦਾ ਵਾਹਿਗੁਰੂ ਵੱਲੋਂ ਹੈ, ਇਹ ਉਸ ਪਵਿੱਤਰ ਮਿਲਾਪ ਦਾ ਮੌਕਾ ਇਸ ਵਜੋਂ ਸਾਨੂੰ ਗੁਰਮਤਿ ਅਨੁਸਾਰ ਦੇਖਣਾ ਚਾਹੀਦਾ ਹੈ। ਪਰ ਇਹ ਤਾਂ ਹੀ ਸਫਲ ਹੋ ਸਕਦਾ ਹੈ ਜੇ ਅਸੀਂ ਗੁਰੂ ਸਾਹਿਬ ਨੇ ਜੋ ਸਾਨੂੰ ਇਸ ਮਨੁੱਖਾ ਜਨਮ ਦਾ ਮਕਸਦ ਉਦੇਸ਼ ਦਰਸਾਇਆ ਹੈ, ਉਸ ਅਕਾਲ ਪੁਰਖ ਦੇ ਨਾਲ ਅਭੇਦਤਾ, ਉਸ ਵਿੱਚ ਅਸੀਂ ਸਫਲ ਹੋ ਸਕੀਏ। ਗੁਰੂ ਸਾਹਿਬ ਕਹਿੰਦੇ ਹਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਸਾਹਿਬ ਇਹ ਵੀ ਦੱਸਦੇ ਹਨ ਕਿ ਇਸ ਜੋ ਰੂਹਾਨੀ ਜੀਵਨ ਯਾਤਰਾ ਹੈ, ਇਸ ਦੇ ਵਿੱਚ ਜੋ ਸਭ ਤੋਂ ਵੱਡੀ ਰੁਕਾਵਟ ਉਹ ਸਾਡੀ ਹਉਮੈ ਹੈ, ਮੈਂ ਮੇਰੀ। ਇਸ ਦੇ ਨਾਲ ਹੀ ਜੋ ਹੋਰ ਵਿਕਾਰ ਉਪਜਦੇ ਹਨ, ਮੋਹ, ਕ੍ਰੋਧ, ਲੋਭ, ਜੋ ਸਾਨੂੰ ਜਿਉਂਦਿਆਂ ਜੀ ਹੀ ਜਨਮ ਮਰਨ ਦੇ ਗੇੜ ਦੇ ਵਿੱਚ ਫਸਾਈ ਰੱਖਦੇ ਹਨ। ਗੁਰੂ ਸਾਹਿਬ ਦੇ ਦਰਸਾਏ ਹੋਏ ਰਸਤੇ ਤੇ ਚੱਲ ਕੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਅਸੀਂ ਗੁਰਮੁਖ ਬਣ ਸਕਦੇ ਹਾਂ ਤੇ ਇਹਨਾਂ ਰੁਕਾਵਟਾਂ ਨੂੰ ਪਾਰ ਕਰ ਸਕਦੇ ਹਾਂ ਤੇ ਵਾਹਿਗੁਰੂ ਵਿੱਚ ਭੇਦ ਹੋ ਕੇ ਆਪਣਾ ਜੋ ਮਨੁੱਖਾ ਜਨਮ ਹੈ ਉਸ ਨੂੰ ਸਫਲ ਕਰ ਸਕਦੇ ਹਾਂ। ਇਸ ਮਨੁੱਖਾ ਜਨਮ ਦਾ ਅਸਲੀ ਲਾਹਾ ਲੈ ਸਕਦੇ ਹਾਂ। ਅੰਤ ਦੇ ਵਿੱਚ ਮੈਂ ਫੁੱਫੜ ਜੀ ਦੇ ਸਾਰੇ ਪਰਿਵਾਰ ਅਤੇ ਦੋਸਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕਰਨਾ ਚਾਹਾਂਗਾ। ਥੈਂਕਸ ਟੂ ਐਵਰੀਵਨ who stood by with family, especially with Fuffad ji and Bhua ji during their hard times, especially Tillon family from Bhua ji side. My father-in-law Sardar Ajit Singh Tillon, late, his three sons Baljeet, Upinder and Satkarjog Rampal Paji, and Bass family from Fuffad ji side, families of Fuffad ji's brothers and sisters ਜਿਨ੍ਹਾਂ ਵਿੱਚੋਂ ਗੁਰਪਾਲ ਭਾਜੀ ਵੀ ਇੱਥੇ ਬੈਠੇ ਹਨ। ਮੈਨੂੰ ਸਾਰੇ ਰਿਸ਼ਤੇਦਾਰਾਂ ਬਾਰੇ ਚੰਗੀ ਤਰ੍ਹਾਂ ਨਹੀਂ ਪਤਾ, ਸੋ ਮੈਂ ਸਾਰਿਆਂ ਨੂੰ ਹੀ ਸਾਰਿਆਂ ਦੇ ਬਿਹਾਫ ਦੇ ਉੱਤੇ ਹੀ ਗੱਲ ਕਰ ਰਿਹਾ ਹਾਂ ਬਿਨਾਂ ਨਾਮ ਲਏ। ਇਸ ਤੋਂ ਇਲਾਵਾ ਲੋਕਲ ਜੋ ਸੰਗਤ ਹੈ, ਗੁਰਦੁਆਰਾ ਸਾਹਿਬ ਦੇ ਜੋ ਮੁੱਖ ਸੇਵਾਦਾਰ ਹਨ, ਗੋਪਾ ਰਾਏ ਸਾਹਿਬ, ਫੁੱਫੜ ਜੀ ਦੇ ਸਾਰੇ ਫਰੈਂਡਸ ਤੇ ਜੋ ਵੀ ਲੋਕਲ ਜਾਂ ਦੂਰ ਦਰਾਡਿਓਂ ਆਈਆਂ ਫੈਮਲੀਜ਼ ਹਨ, ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸਭ ਤੋਂ ਜ਼ਿਆਦਾ ਸਤਿਕਾਰਯੋਗ ਭੂਆ ਜੀ ਲਖਵਿੰਦਰ ਕੌਰ, ਫੁੱਫੜ ਜੀ ਦੇ 5 ਹੀ ਬੱਚੇ, ਭੈਣ ਕਮਲ, ਬੇਬੀ, ਭੋਲੇ ਭੈਣ ਜੀ, ਪੰਮੀ ਅਤੇ ਚਰਨਜੀਤ, ਚੰਨੀ ਭਾਜੀ ਅਤੇ ਭੈਣ ਜੀ ਹਰਪ੍ਰੀਤ ਕੌਰ। ਮੈਂ ਸਿਰਫ ਪਰਿਵਾਰ ਵਿੱਚੋਂ ਹੁਣ ਤੱਕ ਸਿਰਫ ਚੰਨੀ ਭਾਜੀ ਅਤੇ ਹਰਪ੍ਰੀਤ ਭੈਣ ਜੀ ਨੂੰ ਹੀ ਜਾਣਦਾ ਸੀਗਾ, ਬਾਕੀਆਂ ਨੂੰ ਮੈਂ ਪਹਿਲੀ ਵਾਰ ਮਿਲਿਆ। ਸੋ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਹੈ। ਤੁਸੀਂ ਸਾਰੇ ਹੀ ਬਹੁਤ ਬਲੈਸਡ ਹੋ ਜੋ ਜਿਨ੍ਹਾਂ ਨੂੰ ਫੁੱਫੜ ਜੀ ਦਾ ਪਿਆਰ, ਸਾਥ ਸੰਗ ਮੰਨਣ ਦਾ ਸਭ ਤੋਂ ਜ਼ਿਆਦਾ ਮੌਕਾ ਤੇ ਸੁਭਾਗ ਪ੍ਰਾਪਤ ਹੋਇਆ ਹੈ। ਤੁਹਾਨੂੰ ਜਿਨ੍ਹਾਂ ਨੂੰ ਵੀ ਜਿੰਨੀ ਵੀ ਤੇ ਜਿਸ ਤਰ੍ਹਾਂ ਵੀ ਸੇਵਾ ਕਰਨ ਦਾ ਉਹਨਾਂ ਦੀ ਮੌਕਾ ਮਿਲਿਆ, ਸੁਭਾਗ ਮਿਲਿਆ, ਵਾਹਿਗੁਰੂ ਜੀ ਜਾਣਦੇ ਹਨ ਤੁਹਾਨੂੰ ਉਸ ਸੇਵਾ ਦਾ ਫਲ ਜ਼ਿੰਦਗੀ ਦੇ ਵਿੱਚ ਲੱਖ ਗੁਣਾ ਕਰਕੇ ਵਾਹਿਗੁਰੂ ਬਖਸ਼ੇ ਅਤੇ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦੀਆਂ ਖੁਸ਼ੀਆਂ ਬਖਸ਼ਣ। ਗੁਰੂ ਸਾਹਿਬ ਕਿਰਪਾ ਕਰਨ, ਤੁਸੀਂ ਹਮੇਸ਼ਾ ਫੁੱਫੜ ਜੀ ਦੇ ਪਾਏ ਹੋਏ ਸ਼ੁਭ ਪੂਰਨਿਆਂ ਦੇ ਉੱਤੇ ਚੱਲੋ ਅਤੇ ਪਰਿਵਾਰ ਦਾ ਨਾਮ ਜਿਸ ਤਰ੍ਹਾਂ ਫੁੱਫੜ ਜੀ ਨੇ ਰੋਸ਼ਨ ਕੀਤਾ ਹੈ ਤੁਸੀਂ ਵੀ ਇਸੇ ਤਰ੍ਹਾਂ ਹੀ ਕਰਨਾ ਹੈ, ਤਾਂ ਹੀ ਉਹਨਾਂ ਦੇ ਵਾਰਸ ਅਖਵਾਉਣ ਦੇ ਅਸਲੀ ਹੱਕਦਾਰ ਬਣ ਸਕਦੇ ਹਾਂ। ਅਤੇ ਇਸ ਦੇ ਨਾਲ ਹੀ ਫੁੱਫੜ ਜੀ ਤੋਂ ਬਾਅਦ ਹੁਣ ਭੂਆ ਜੀ ਦੀ ਜੋ ਸੇਵਾ ਸੰਭਾਲ ਪਿਆਰ, ਇਹ ਵੀ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਕਰਨ ਦਾ ਜੋ ਲਾਹਾ ਲੈਣਾ ਹੈ, ਸੁਭਾਗ ਪ੍ਰਾਪਤ ਕਰਨਾ ਹੈ। ਗੁਰੂ ਸਾਹਿਬ ਤੁਹਾਡੇ ਤੇ ਸਾਰਿਆਂ ਤੇ ਕਿਰਪਾ ਕਰਨ। ਗੁਰੂ ਸਾਹਿਬ ਸਮਰੱਥ ਹਨ
ਅਭੁੱਲ ਹਨ। ਅਸੀਂ ਸਾਰੇ ਹੀ ਔਗਣਹਾਰ ਹਾਂ। ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ ਹਾਂ। ਅਸੀਂ ਇੱਕ ਦੂਜੇ ਦੇ ਔਗਣ ਚਿਤਾਰਨ ਦੀ ਬਜਾਏ ਗੁਰੂ ਸਾਹਿਬ ਕਿਰਪਾ ਕਰਨ ਗੁਣਾਂ ਦੀ ਸਾਂਝ ਕਰਕੇ ਆਪਣੇ ਜੀਵਨ ਨੂੰ ਰੁਸ਼ਨਾਈਏ। ਵਾਹਿਗੁਰੂ ਜੀ ਫੁੱਫੜ ਜੀ ਤੋਂ ਇਸ ਜੀਵਨ ਕਾਲ ਦੌਰਾਨ ਜਾਣੇ ਅਣਜਾਣੇ ਹੋਈਆਂ ਤਰੁੱਟੀਆਂ ਭੁੱਲਾਂ ਨੂੰ ਬਖਸ਼ ਲੈਣ। ਆਪਕੀ ਬਾਤ ਬਖਸ਼ ਬੰਦੇ ਕੋ ਬਹਰ ਨਾ ਭਾਜਲ ਫੇਰਾ। ਉਸ ਵਿਛੜੀ ਹੋਈ ਆਤਮਾ, ਉਸ ਵਿਛੜੀ ਰੂਹ ਨੂੰ ਆਵਾਗਣ ਦੇ ਚੱਕਰ ਚੋਂ ਮੁਕਤ ਕਰਕੇ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਵਿੱਚ ਸਦੀਵੀ ਨਿਵਾਸ ਬਖਸ਼ ਕੇ ਪਰਿਵਾਰ ਨੂੰ, ਦੋਸਤਾਂ ਮਿੱਤਰਾਂ ਨੂੰ ਆਪਣੇ ਇਸ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सो बिन सह परो आज कै काल, नानक हर गुण गाय ले छाड़ सगल जंजाल। इस फानी संसार बिनसण हर संसार तो सतगुरु सच्चे पातशाह आप जी दे भाणे, आप जी दे हुक्म, आप जी दी रजा अनुसार चरना कमलों के सेवक सरदार जगीर सिंह जी बैंस जितनी आरजा सवासां दी पूंजी सतगुरु जी आप जी ने बख्शिश की। सो इस मात लोक विच भोगदियां होइयां पिछले दिनी संसार तो परलोक गमन कर गए सन। तिन्हां दा समूह परिवार मिल के बेबे लखविंदर कौर बैंस, बेटा चरणजीत सिंह बैंस, सरदार जगीर सिंह बैंस दा समूचा परिवार, स्नेही रिश्तेदार, तिन्हां दे बच्चे बच्चियां, बाग फुलवाड़ी सबना ने मिल के आप जी दा ओट आसरा लिया। बीते परसों तो आप जी दी पवित्र गुरबाणी धुरकी बाणी दे श्री अखंड पाठ साहिब सरदार जगीर सिंह बैंस की आत्मिक शांति वास्ते प्रारंभ करवाए सन। सतगुरु आप जी की बख्शिश कृपा हुई, श्री अखंड पाठ साहब की समाप्ति हुई। अलाणिया बाणी के पाठ, रामकली साध बाणी के पाठ हुए, गुरबाणी कीर्तन गुरमत विचारां हुई, 6 पौड़ियां आनंद साहिब पावन बाणी के जाप किए गए। परसों तो लैके हुण तक बाणी पढ़दे आ, सेवावां निभाउंदे आ, हजूरी विच विचरदे आ, बेअंत भुल्लां चुकां दी खिमा बख्शणी। अगे तो समत बख्श के सेवा लैके निवाजना। गुरबाणी का भाव विछड़ी हुई जीवात्मा सरदार जगीर सिंह बैंस तिन्हां नूं बख्शिश करते हुए अपने चरना कमलों विखे निवास बख्शना। आवागौण तो बचा के, जन्म मरण तो बचा के अपने चरना कमलों नाल ला लेना। कहत कबीर सुनो रे संतो, खेत ही करो नबीरा, अब की बार बख्श बंदे को बहुर न पवजल फेर। बख्शिशां रहमतां करनियां सतगुरु सच्चे पातशाह विछड़ी हुई उस रूह नूं अपने चरना कमलों नाल जोड़ना, अपने चरना कमलों विच थां देनी। पिछे सारा परिवार, सरबत स्नेही, रिश्तेदार, संबंधी, देश प्रदेश विच तिन्हां दा समूह बाग फुलवाड़ी सबनां अपने भाणे नूं सत करके मनण दी समर्था बख्शिश करके किरतार्थ करना। तेरे भाणे सो निहाल महला पंजवा। हार बिसरत सदा खुआरी, ताकौ धोखा कहाँ व्यापै, जाकौ ओट तुहारी। हर बिसर जानी
ਮਨ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਕੁਸ ਜਨਮਾ ਨਾਨਕ ਇਸ ਬਲਿਹਾਰੀ ਵੀ ਮੇਰਾ ਦਾਦਾ ਜੀ ਜਨਮ ਜਿੱਤ ਕੇ ਚਲੇ ਗਏ ਤੇ ਦਾਦਾ ਜੀ ਵਾਸਤੇ ਇੱਕ ਜਕਾਰਾ ਤੇ ਆਪਾਂ ਵੀ ਉਹਨਾਂ ਦੇ ਵਰਗੇ ਬਣੀਏ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ।